सतनाम वाहिगुरु साहिब जीओ। सलोक महला पहला। दुख दारू सुख रोग पया, जा सुख ताम न होई। तू करता करना मैं नाही, जाहूँ करी न होई। बलिहारी कुदरत बसिया, तेरा अंत ना जाई लखिया। रहाओ जात मह जोत जोत मह जाता, अकल कला भरपूर रहया। तू सच्चा साहिब सिफत सवालिओ, जिन कीती सो पार पया। कहो नानक करते किया बातां, जो किछ करना सो कर रहया। कहो नानक करते किया बातां, जो किछ करना सो कर रहया। परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा, वाहिगुरु जी की फतेह। गुरमुख प्यारिओ, वाहिगुरु की किरपा दे नाल आपां नूं अमोलक समा सतसंग दा प्राप्त होया है। आपां सिख धर्म दे मोढी धन धन श्री गुरु नानक देव सच्चे पातशाह जी दे मुबारक मुख विचों फरमान कीती हुई आसा की वार दी लड़ीवार विचार कर रहे हाँ। 11 पौड़ियां ਅਤੇ 11 ਪੌੜੀਆਂ ਦੇ ਨਾਲ ਜੋ ਵੀ ਸ਼ਲੋਕ ਆਏ ਉਹਨਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ 12ਵੀਂ ਪੌੜੀ ਅਤੇ 12ਵੀਂ ਪੌੜੀ ਦੇ ਨਾਲ ਆਏ 4 ਸ਼ਲੋਕਾਂ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ ਜੀ। ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਦੁੱਖ ਤੇ ਸੁੱਖ ਮਨੁੱਖ ਤੇ ਆਉਂਦੇ ਰਹਿੰਦੇ ਹਨ। ਦੁੱਖ ਸੁੱਖ ਦੋਇਦਰ ਕੱਪੜੇ ਪਹਿਰ ਜਾਏ ਮਨੁੱਖ, ਇਹ ਕੱਪੜਿਆਂ ਦੀ ਤਰ੍ਹਾਂ ਹੁੰਦੇ ਹਨ। ਜੇ ਦੁੱਖ ਵਿੱਚੋਂ ਦੀ ਲੰਘੇ ਤਾਂ ਸੁੱਖ ਵੀ ਲਾਜ਼ਮ ਆਵੇਗਾ। ਜੇ ਜ਼ਿਆਦਾ ਸੁੱਖ ਚੱਲ ਰਿਹਾ ਤਾਂ ਦੁੱਖ ਦੀ ਸੰਭਾਵਨਾ ਵੀ ਕੀਤੀ ਜਾ ਸਕਦੀ ਹੈ ਕਿ ਦੁੱਖ ਵੀ ਆਵੇਗਾ। ਇਹਨਾਂ ਦੋਨਾਂ ਦੇ ਨਾਲ ਹੀ ਜ਼ਿੰਦਗੀ ਚੱਲ ਰਹੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ, ਜਦੋਂ ਮਨੁੱਖ ਦੇ ਉੱਪਰ ਦੁੱਖ ਆਉਂਦਾ ਤਾਂ ਮਨੁੱਖ ਪਰਮਾਤਮਾ ਵਾਲੇ ਪਾਸੇ ਨੂੰ ਚੱਲ ਸਕਦਾ। ਮਨੁੱਖ ਦੀਆਂ ਸੁਰਤੀਆਂ ਬਿਰਤੀਆਂ ਉਹ ਸੱਚੇ ਵਾਹਿਗੁਰੂ ਦੇ ਨਾਲ ਜੁੜ ਜਾਂਦੀਆਂ ਅਤੇ ਸੁੱਖ ਦੇ ਵਿੱਚ ਸੁੱਖਾਂ ਦੇ ਵਿੱਚ ਜਦੋਂ ਪਦਾਰਥਾਂ ਦਾ ਸੁੱਖ ਮਨੁੱਖ ਕੋਲ ਜ਼ਿਆਦਾ ਹੋ ਜਾਂਦਾ ਅਤੇ ਫਿਰ ਪਰਮਾਤਮਾ ਦੀ ਭਗਤੀ ਵੱਲ ਵਾਹਿਗੁਰੂ ਦੇ ਵੱਲ ਨੂੰ ਧਿਆਨ ਇਸ ਮਨੁੱਖ ਦਾ ਘਟ ਜਾਂਦਾ ਹੈ। ਇਸ ਕਰਕੇ ਦੁੱਖ ਦਾਰੂ ਬਣ ਜਾਂਦਾ। ਦੁੱਖ ਦਾਰੂ ਸੁਖ ਰੋਗ ਪਿਆ। ਦੁੱਖ ਦਾਰੂ ਦੀ ਤਰ੍ਹਾਂ ਹੁੰਦਾ ਅਤੇ ਸੁੱਖ ਰੋਗ ਦੀ ਤਰ੍ਹਾਂ ਬਣ ਜਾਂਦਾ। ਜਾਂ ਸੁੱਖ ਤਾਮ ਨਾ ਹੋਈ, ਜਾਂ ਸੁੱਖ ਦੇ ਵਿੱਚ ਆ ਮਨੁੱਖ ਤਾਂ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ ਭਾਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੂੰ ਕਰੀ ਨਾ ਹੋਈ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੂੰ ਕਰਤਾ, मैं नहीं करता, तू करता। जब हम होते तब तू नाही, अब तू ही मैं नाही। तू करता करना, मैं कुछ नहीं कर सकता। मैं सूरज नहीं बना सकता, मैं चंद्रमा नहीं बना सकता, मैं धरती नूं पानी ते नहीं खिलार सकता, ਤੇ ਮੇਰੇ ਵੱਸ ਦੇ ਵਿੱਚ ਕੁਝ ਨਹੀਂ। ਮੈਂ ਹਵਾ ਨਹੀਂ ਚਲਾ ਸਕਦਾ। ਸਾਰਾ ਕੁਝ ਕੁਦਰਤੀ ਹੋ ਰਿਹਾ ਹੈ। ਵਾਹਿਗੁਰੂ ਹੈ ਸੱਚੇ ਪਾਤਸ਼ਾਹ, ਤੁਸੀਂ ਹੀ ਕਰਤੇ ਹੋ, ਮੈਂ ਨਹੀਂ, ਮੈਂ ਕੁਝ ਵੀ ਨਹੀਂ। ਜਾਂ ਹੋਂ ਕਰੀ ਨਾ ਹੋਈ, ਜੇ ਮੈਂ ਕੁਝ ਕਰਨ ਦੀ ਕੋਸ਼ਿਸ਼ ਵੀ ਕਰਾਂ ਤਾਂ ਮੇਰੇ ਤੋਂ ਨਿਮਾਣੇ ਨਤਾਣੇ ਤੋਂ ਕੁਝ ਨਹੀਂ ਹੋ ਸਕਦਾ ਜੀ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ। ਇਹ ਸਾਰੀ ਵਾਰ ਦੀ
ਸੈਂਟਰਲ ਆਈਡੀਆ ਹੁੰਦਾ ਰਹਾਉ ਦੀਆਂ ਪੰਕਤੀਆਂ। ਇੱਥੇ ਰਹਾਉ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਮੈਂ ਬਲਿਹਾਰ ਜਾਨਾ ਹੈ ਪ੍ਰਮਾਤਮਾ, ਤੂੰ ਕੁਦਰਤ ਦੇ ਰੂਪ ਦੇ ਵਿੱਚ ਦਿਸ ਰਿਹਾ ਹੈ, ਤੂੰ ਕੁਦਰਤੀ ਰੂਪ ਵਿੱਚ ਵਰਤ ਰਿਹਾ ਹੈ, ਕੁਦਰਤ ਦੇ ਵਿੱਚ ਕਣ ਕਣ ਦੇ ਵਿੱਚ ਤੂੰ ਵਸਿਆ ਹੋਇਆ ਹੈ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਕੋਈ ਅੱਜ ਤੱਕ ਨਾ ਕੋਈ ਅੰਤ ਪਾਇਆ ਕਿਸੇ ਨੇ, ਨਾ ਪਾ ਸਕਦਾ ਹੈ। ਰਹਾਓ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਜਾਤ ਮਹਿ ਜੋਤ, ਚਾਹੇ ਜਿਹੜੀ ਮਰਜ਼ੀ ਜਾਤੀ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਮਨੁੱਖ ਹੋਵੇ, ਬੀਬੀ ਭੈਣ ਹੋਵੇ, ਬੱਚਾ ਹੋਵੇ, ਬਜ਼ੁਰਗ ਹੋਵੇ, ਸਾਰਿਆਂ ਦੇ ਵਿੱਚ ਹੇ ਪ੍ਰਮਾਤਮਾ ਤੇਰੀ ਜੋਤ ਆ। ਕੁਦਰਤ ਦੇ ਕਣ ਕਣ ਦੇ ਵਿੱਚ ਤੇਰੀ ਜੋਤ ਆ। ਜੋਤ ਮਹਿ ਜਾਤਾ, ਇਸ ਜੋਤ ਦੇ ਨਾਲ ਜੁੜ ਕੇ ਹੀ ਪ੍ਰਮਾਤਮਾ ਤੈਨੂੰ ਜਾਣਿਆ ਜਾ ਸਕਦਾ ਹੈ। ਅਕਲ ਕਲਾ ਭਰਪੂਰ ਰਹਿਆ। ਹੇ ਵਾਹਿਗੁਰੂ, ਤੂੰ ਸਾਰੀਆਂ ਕਲਾਵਾਂ ਦਾ ਮਾਲਕ ਹੈ। ਸਾਰੀਆਂ ਕਲਾ ਤੁਹਾਡੇ ਤੋਂ ਹੀ ਆਉਂਦੀਆਂ। ਜੇ ਕੋਈ ਕਲਾਕਾਰ ਬਣਨਾ ਚਾਹੁੰਦਾ ਤਾਂ ਉਹ ਪ੍ਰਮਾਤਮਾ ਦੇ ਨਾਲ ਜੁੜਦਾ, ਉਹ ਤੋਂ ਇੱਕ ਅੱਧੀ ਕਲਾ ਪ੍ਰਾਪਤ ਹੋ ਜਾਂਦੀ ਹੈ। ਕੋਈ ਅਵਤਾਰ ਆਉਂਦੇ ਆ 14 ਕਲਾ ਸੰਪੂਰਨ ਜਾਂ 16 ਕਲਾ ਸੰਪੂਰਨ। ਹੇ ਪ੍ਰਮਾਤਮਾ ਵਾਹਿਗੁਰੂ ਜੀ, ਤੁਸੀਂ ਭਰਪੂਰ ਹੋ ਕਲਾਵਾਂ ਦੇ ਨਾਲ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ, ਹੇ ਵਾਹਿਗੁਰੂ, ਤੂੰ ਸੱਚ ਦੀ ਮੂਰਤ ਹੈ, ਤੂੰ ਸਾਹਿਬ ਹੈ, ਤੂੰ ਸਭ ਦਾ ਮਾਲਕ ਹੈ। ਸਿਫਤ ਸੁਆਲਿਓ, ਜਿਹੜੇ ਤੇਰੀ ਸਿਫਤ ਕਰਦੇ ਹਨ, ਜਿਨ ਕੀਤੀ ਸੋ ਪਾਰ ਪਿਆ। ਹੇ ਸੱਚੇ ਸਾਹਿਬ, ਤੂੰ ਸਿਫਤਾਂ ਦੇ ਲਾਇਕ ਹੈ। ਜਿਹੜੇ ਜਿਹੜੇ ਤੇਰੀਆਂ ਸਿਫਤਾਂ ਕਰਦੇ ਹਨ ਉਹ ਭਵਜਲ ਤੋਂ ਪਾਰ ਪੈ ਜਾਂਦੇ ਹਨ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਐ ਮੇਰੇ ਮਨਾ, ਉਹ ਕਰਤੇ ਦੀਆਂ ਬਾਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਬਾਬਾ ਜੀ ਸੁਣਾ ਰਹੇ ਹਨ। ਜੋ ਕਿਛ ਕਰਨਾ ਸੋ ਕਰ ਰਿਹਾ। ਹੇ ਪ੍ਰਮਾਤਮਾ, ਜੋ ਕੀਤਾ ਸੋ ਬਾਬਾ, ਜੋ ਕਰ ਕਰਾ ਰਹੇ ਹੋ ਸੋ ਬਾਬਾ, ਜੋ ਕਰੋਗੇ ਸੋ ਬਾਬਾ, ਜੋ ਕਿਛ ਕਰਨਾ ਸੋ ਕਰ ਰਹਿਆ। ਮੇਰੀ ਅਕਲ ਮੇਰੀ ਮਤ ਓਨੀ ਨਹੀਂ ਹੈ, ਤੂੰ ਜੋ ਕੁਝ ਕਰ ਰਿਹਾ ਹੈ ਠੀਕ ਹੀ ਕਰ ਰਿਹਾ ਹੈ। ਮਹੱਲਾ ਦੂਜਾ। ਦੂਜੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਸ਼ਲੋਕ ਹੈ ਜੀ। ਜੋਗ ਸ਼ਬਦਮ ਗਿਆਨ ਸ਼ਬਦਮ, वेद शब्दम ब्रह्मणः, खत्री शब्दम सूर शब्दम शूद्र शब्दम प्राकृतः, सर्व शब्दम एक शब्दम जे को जानै पेयो, नानक ताका दास है सोई निरंजन देओ। जोग शब्दम, ਪਹਿਲੇ ਸਮੇਂ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦੇ ਪਹਿਲਾਂ ਜਿਹੜਾ ਸਮਾਂ ਚੱਲ ਰਿਹਾ ਸੀ ਉਹ ਬਹੁਤ ਬੁਰਾ ਸੀ, ਬਹੁਤ ਭੈੜਾ ਸੀ। ਬਾਹਰੋਂ ਆ ਜਿਹੜਾ ਬਾਹਰੋਂ ਮੁਗਲਾਂ ਦੇ ਮੁਸਲਮਾਨਾਂ ਦੇ ਹਮਲੇ ਹੋ ਰਹੇ ਸੀ ਭਾਰਤ ਵਰਸ਼ ਦੇ ਉੱਪਰ, ਅਤੇ ਅੰਦਰੋਂ ਜਿਹੜਾ ਪੁਜਾਰੀਵਾਦ ਆ, ਬ੍ਰਾਹਮਣਵਾਦ ਆ, ਇਹ ਫੈਲ ਚੁੱਕਿਆ ਸੀ। ਲੋਕਾਂ ਨੂੰ ਇਹਨਾਂ ਨੇ, ਪੁਜਾਰੀਆਂ ਨੇ, ਮੁਖੀਆਂ ਨੇ, ਧਾਰਮਿਕ ਮੁਖੀਆਂ ਨੇ ਜੋ ਗਲਤ ਹੋ ਚੁੱਕੇ ਸੀ, ਇਹ ਲੋਕਾਈ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਉੱਪਰਲਾ ਹਿੱਸਾ ਟੌਪ ਦਾ ਸੀ ਬ੍ਰਾਹਮਣ, ਫਿਰ ਸੀ ਖੱਤਰੀ, ਫਿਰ ਵੈਸ਼, ਫਿਰ ਸ਼ੂਦਰ। ਬ੍ਰਾਹਮਣ ਕਹਿੰਦੇ ਸੀ ਅਸੀਂ ਬ੍ਰਹਮਾ ਦੇ ਮੁੱਖ ਵਿੱਚੋਂ ਪੈਦਾ ਹੋਏ ਹਾਂ, ਇਸ ਕਰਕੇ ਕੋਈ ਗਲਤੀ ਹੁੰਦੀ ਹੈ ਤਾਂ ਉਹਨੂੰ ਮਾਫ ਕਰ ਦਿੱਤਾ ਜਾਂਦਾ ਸੀ। ਟੌਪ ਦਾ ਜੀਵਨ ਜਿਉਂਦਾ ਸੀ ਬ੍ਰਾਹਮਣ, ਗਲਤੀਆਂ ਦੇ ਬਾਵਜੂਦ ਵੀ ਉਹਨੂੰ ਕੁਝ ਨਹੀਂ ਕਿਹਾ ਜਾਂਦਾ ਸੀ, ਕਿਉਂਕਿ ਉਹ ਬ੍ਰਹਮਾ ਦੇ ਮੁੱਖ 'ਚੋਂ ਪੈਦਾ ਹੋਇਆ ਮੰਨਿਆ ਜਾਂਦਾ ਸੀ। ਫਿਰ ਦੂਜੇ ਨੰਬਰ 'ਤੇ ਆਉਂਦੇ ਆ ਖੱਤਰੀ, ਜਿਹਨੂੰ ਆਪਾਂ ਕਸ਼ੱਤਰੀ ਕਹਿੰਦੇ ਆ। ਇਹ ਬਾਹਾਂ 'ਚੋਂ ਪੈਦਾ ਹੋਏ ਦੱਸੇ ਜਾਂਦੇ ਸੀ। ਇਹਨਾਂ ਦਾ ਧਰਮ ਸੀ ਲੜਨਾ ਸੂਰਮਗਤੀ ਦੇ ਨਾਲ। ਇਹ ਇਹਨਾਂ ਦੇ ਜਿਹੜਾ ਸੀ ਹਿੱਸੇ ਦੇ ਵਿੱਚ ਆਇਆ ਸੀ। ਫਿਰ ਤੀਜੇ ਨੰਬਰ 'ਤੇ ਆ ਗਏ ਵੈਸ਼। ਵੈਸ਼ ਆ ਜਿਹੜੇ, ਉਹਦੇ ਵਿੱਚ ਜੱਟ ਜ਼ਿਮੀਂਦਾਰ ਵੀ ਆ ਜਾਂਦੇ ਆ, ਕਿਸਾਨ ਵੀ ਆ ਜਾਂਦੇ ਆ, ਸਾਰੇ ਜਿਹੜੇ ਕੁਝ ਨਾ ਕੁਝ ਪੈਦਾ ਕਰਦੇ ਆ, ਅਨਾਜ ਪੈਦਾ ਕਰਦੇ ਆ, ਇਹਨਾਂ ਉੱਪਰਲੇ ਤਬਕੇ ਨੂੰ ਖਵਾਉਂਦੇ ਆ, ਖੇਤੀਬਾੜੀ ਕਰਦੇ ਆ, ਹੋਰ ਕੰਮ ਧੰਦੇ ਕਰਦੇ ਆ, ਇਹ ਵੈਸ਼ ਦੇ ਵਿੱਚ ਆ ਜਾਂਦੇ ਆ। ਫਿਰ ਚੌਥਾ ਜਿਹੜਾ ਸੀ ਤਬਕਾ ਉਹ ਬਣਾਇਆ ਸੀ ਸ਼ੂਦਰ, ਜਿਨ੍ਹਾਂ ਦੀ ਹਾਲਤ ਬਹੁਤ ਭੈੜੀ ਸੀ। ਇਸ ਤਰ੍ਹਾਂ
ਮਨੂਵਾਦ ਨੇ 4 ਹਿੱਸਿਆਂ ਦੇ ਵਿੱਚ ਲੁਕਾਈ ਨੂੰ ਵੰਡਿਆ ਹੋਇਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਪਰ ਗੁਰੂ ਨਾਨਕ ਬਾਬਾ ਜੀ ਨੇ ਸਮਝਾਇਆ ਕਿ ਨਹੀਂ ਭਾਈ, ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਦੀ ਜੋਤ ਆ। ਇਹ ਤੇਰੇ ਬਣਾਏ ਹੋਏ ਇਹ ਟੋਟੇ ਟੋਟੇ ਕਰ ਦਿੱਤਾ। ਸ਼ੂਦਰਾਂ ਦੀ ਹਾਲਤ ਇੰਨੀ ਭੈੜੀ ਕਰ ਦਿੱਤੀ ਕਿ ਪੱਥਰ ਦੀ ਮੂਰਤੀ ਦੀ ਪੂਜਾ ਹੋਣ ਲੱਗ ਗਈ ਅਤੇ ਜਿਉਂਦੀਆਂ ਮੂਰਤੀਆਂ ਨੂੰ ਦਰਕਾਰਿਆ ਗਿਆ। ਗੁਰੂ ਬਾਬਾ ਜੀ ਇਸ ਸ਼ਬਦ ਵਿੱਚ, ਇਸ ਸ਼ਲੋਕ ਵਿੱਚ ਸਾਨੂੰ ਸਮਝਾ ਰਹੇ ਹਨ ਕਿਸ ਤਰ੍ਹਾਂ ਦਾ ਵੰਡਿਆ ਹੋਇਆ ਸੀ ਇਹ ਅੱਡੋ ਅੱਡੀ 4 ਹਿੱਸਿਆਂ ਦੇ ਵਿੱਚ। ਜੋਗ ਸ਼ਬਦਮ ਗਿਆਨ ਸ਼ਬਦਮ, ਜੋਗੀਆਂ ਦਾ ਮਤਲਬ ਸੀ ਗਿਆਨ ਪ੍ਰਾਪਤ ਕਰਨਾ, ਗਿਆਨ ਵੱਧ ਤੋਂ ਵੱਧ ਇੱਧਰ ਉੱਧਰ ਜਾਣਾ, ਸਾਰੇ ਧਰਤੀ 'ਤੇ ਘੁੰਮਣਾ, ਇੱਕ ਥਾਂ 'ਤੇ ਨਹੀਂ ਬੈਠਣਾ, ਇਹ ਇਹਨਾਂ ਦਾ ਧਰਮ ਬਣਿਆ ਹੋਇਆ ਸੀ। ਵੇਦ ਸ਼ਬਦਮ ਬ੍ਰਾਹਮਣਾ, ਬ੍ਰਾਹਮਣਾਂ ਦਾ ਸ਼ਬਦ ਸੀ ਵੇਦਾਂ ਦੇ ਮੁਤਾਬਕ, ਜੋ ਵੇਦ ਫਰਮਾਨ ਕਰ ਰਹੇ ਹਨ ਵੇਦਾਂ ਦੀ ਵਿਖਿਆਨ ਕਰਕੇ ਬ੍ਰਾਹਮਣ ਦਾ ਧਰਮ ਮੰਨਿਆ ਜਾਂਦਾ ਸੀ। ਖੱਤਰੀ ਸ਼ਬਦਮ ਸੂਰ ਸ਼ਬਦਮ, ਜਿਹੜੇ ਖੱਤਰੀ ਆ ਕਸ਼ੱਤਰੀ ਆ ਉਹਨਾਂ ਦਾ ਧਰਮ ਸੀ, ਉਹਨਾਂ ਦਾ ਫਰਜ਼ ਸੀ ਕਿ ਸੂਰਮ ਗਤੀ ਨਾਲ ਲੜ ਕੇ ਸ਼ਹੀਦ ਹੋ ਜਾਣਾ, ਉਹਨਾਂ ਦਾ ਇਹ ਧਰਮ ਮੰਨਿਆ ਜਾਂਦਾ ਸੀ। ਸ਼ੂਦਰ ਸ਼ਬਦਮ ਪਰਾਕਿਰਤ ਹੈ, ਪਰ ਸ਼ੂਦਰ ਵਾਸਤੇ ਧਰਮ ਕੀ ਸੀ ਕਿ ਪਰਾਕਿਰਤ ਹੈ, ਪਰਾਏ ਦੀ ਸੇਵਾ ਕਰਨੀ, ਦੂਜਿਆਂ ਦੀਆਂ ਲੱਤਾਂ ਘੁੱਟਣੀਆਂ, ਪੈਰ ਘੁੱਟਣੇ, ਇਹ ਸੀ ਸ਼ੂਦਰ ਦਾ ਧਰਮ ਬਣਾਇਆ ਹੋਇਆ ਸੀ। ਪਰ ਗੁਰੂ ਨਾਨਕ ਬਾਬਾ ਜੀ ਕੀ ਸਮਝਾ ਰਹੇ ਹਨ? ਸਰਬ ਸ਼ਬਦਮ ਏਕ ਸ਼ਬਦਮ, ਸਾਰੇ ਧਰਮਾਂ ਦਾ, ਸਾਰੇ ਫਰਜ਼ਾਂ ਦਾ ਇੱਕੋ ਹੀ ਗੱਲ ਹੈ ਭਾਈ ਕਿ ਸੱਚ ਨਾਲ ਜੁੜੀਏ, ਸੱਚੇ ਪ੍ਰਮਾਤਮਾ ਨਾਲ ਜੁੜੀਏ। ਸਰਬ ਸ਼ਬਦਮ ਏਕ ਸ਼ਬਦਮ ਜੇ ਕੋ ਜਾਣੈ ਭਿਓ, ਜੇ ਕੋਈ ਇਹ ਭੇਦ ਜਾਣ ਲਵੇ ਬਈ ਸਾਰਿਆਂ ਦੇ ਵਿੱਚ ਇੱਕੋ ਹੀ ਪ੍ਰਮਾਤਮਾ ਦੀ ਜੋਤ ਹੈ, ਵੱਖ ਵੱਖ ਨਹੀਂ ਹੈ, ਉਹ ਪ੍ਰਮਾਤਮਾ ਨੇ ਇੱਕੋ ਹੀ ਭੇਜਿਆ, ਇੱਕੋ ਹੀ ਰਸਤੇ ਸਾਰੇ ਆਏ ਆ, ਇੱਕੋ ਤਰ੍ਹਾਂ ਸਵਾਸ ਲੈਂਦੇ ਆ, ਇੱਕੋ ਤਰ੍ਹਾਂ ਹੀ ਜ਼ਿੰਦਗੀ ਜਿਉਂਦੇ ਆ, ਅਤੇ ਇੱਕੋ ਤਰ੍ਹਾਂ ਹੀ ਮੌਤ ਆਉਂਦੀ ਆ, ਅਤੇ ਇੱਕੋ ਤਰ੍ਹਾਂ ਹੀ ਚਲੇ ਜਾਂਦੇ ਆ। ਉੱਥੇ ਕੋਈ ਪ੍ਰਮਾਤਮਾ ਦੇ ਘਰ ਦੇ ਵਿੱਚ ਵਿਤਕਰਾ ਨਹੀਂ। ਇਹ ਸਾਰਾ ਮਨੂ ਬਿਰਤੀ ਨੇ ਜਾਤਾਂ ਪਾਤਾਂ ਬਣਾਈਆਂ ਹੋਈਆਂ ਸੀ। ਗੁਰੂ ਬਾਬਾ ਜੀ ਸਮਝਾ ਰਹੇ ਹਨ ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਦੀ ਮੂਰਤ ਆ ਭਾਈ, ਭਾਵੇਂ ਉਹ ਸ਼ੂਦਰ ਆ ਭਾਵੇਂ ਕੋਈ ਵੀ ਹੈ। ਸਰਬ ਸ਼ਬਦਮ ਏਕ ਸ਼ਬਦਮ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਆਹ ਕਰਮ ਕਰ, ਭਾਵੇਂ ਤੂੰ ਤਕੜਾ ਭਾਵੇਂ ਬ੍ਰਾਹਮਣ ਆ ਫਿਰ ਵੀ ਤੈਨੂੰ ਨਿਰਮਲ ਕਰਮ ਕਰ, ਖੱਤਰੀ ਆ ਫਿਰ ਵੀ ਨਿਰਮਲ ਕਰਮ ਕਰ, ਵੈਸ਼ ਆ ਤਾਂ ਵੀ ਨਿਰਮਲ ਕਰਮ ਕਰ, ਸ਼ੂਦਰ ਆ ਤਾਂ ਵੀ ਨਿਰਮਲ ਕਰਮ ਕਰ। ਨਿਰਮਲ ਕਰਮ ਕਰਕੇ ਤੂੰ ਪ੍ਰਮਾਤਮਾ ਤੱਕ ਪਹੁੰਚ ਸਕਦਾ। ਨਾਨਕ ਤਾ ਕਾ ਦਾਸ ਹੈ ਸੋਈ ਨਰੰਜਨ ਦੇਓ, ਜਿਹੜਾ ਇਹਨਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਖੜਿਆ, ਜਿਹਨੇ ਪ੍ਰਮਾਤਮਾ ਦੀ ਤਾਕਤ ਨੂੰ, ਕੁਦਰਤ ਨੂੰ ਸਮਝ ਲਿਆ, ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਮੈਂ ਉਹਨਾਂ ਦਾ ਦਾਸ ਹਾਂ। ਜਿਹੜੇ ਤਾਂ ਲੋਕਾਂ ਨੂੰ ਲੁੱਟੀ ਜਾਂਦੇ ਆ ਜਾਤਾਂ ਪਾਤਾਂ ਦੇ ਵਿੱਚ ਪਾ ਕੇ, ਉਹਨਾਂ ਦਾ ਤਾਂ ਮੈਂ ਵਿਰੋਧੀ ਹਾਂ, ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਕਿਉਂਕਿ ਗੁਰਬਾਣੀ ਉਹਨਾਂ ਨੂੰ ਬੁਰੀ ਲੱਗਣੀ ਆ। ਅਤੇ ਜੇ ਕੋਈ ਸਾਰਿਆਂ ਨੂੰ ਇੱਕੋ ਹੀ ਸਮਝਦਾ, ਜੇ ਕੋਈ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਸਮਝਦਾ, ਉਹਦਾ ਤਾਂ ਮੈਂ ਦਾਸ ਹਾਂ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਨਾਨਕ ਤਾ ਕਾ ਦਾਸ ਹੈ ਸੋਈ ਨਰਿੰਜਨ ਦੇਓ, ਉਹ ਰੱਬ ਦੀ ਮੂਰਤ ਆ, ਰੱਬ ਦੇ ਨੇੜੇ ਹੋ ਗਿਆ ਭਾਈ ਜਿਹੜਾ ਇਹ ਵਿਤਕਰਿਆਂ ਤੋਂ ਉੱਪਰ ਉੱਠ ਖੜਿਆ। ਮਹੱਲਾ ਦੂਜਾ। ਏਕ ਕ੍ਰਿਸ਼ਨਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਦੂਜੇ ਪਾਤਸ਼ਾਹ ਜੀ ਦਾ ਫਿਰ ਇਹ ਸ਼ਲੋਕ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁੱਖ ਵਿੱਚੋਂ ਫਰਮਾਨ ਕੀਤਾ ਹੋਇਆ, ਏਕ ਕ੍ਰਿਸ਼ਨਨ ਸਰਬ ਦੇਵਾ, ਉਹ ਇੱਕੋ ਹੀ ਹੈ ਪ੍ਰਮਾਤਮਾ ਭਾਈ। ਉੱਥੋਂ ਸਾਰਿਆਂ ਦੇ ਵਿੱਚ ਜੋਤ ਪੈਂਦੀ ਆ, ਬਾਕੀ ਦੇ ਦੇਵੀ ਦੇਵਤੇ ਕਹਿ ਲਾ, ਦੇਵੀ ਔਰ ਸੱਜਣੋਂ ਕਹਿ ਲਾ, ਸਾਰੀ ਪ੍ਰਕਿਰਤੀ ਉਹ ਇੱਕ ਦੇ ਅਧੀਨ ਹੀ ਆ, ਇੱਕ ਦਾ ਹੀ ਪ੍ਰਕਾਸ਼ ਸਾਰਿਆਂ ਦੇ ਵਿੱਚ ਆ। ਦੇਵ ਦੇਵਾ ਤਾਂ ਆਤਮਾ, ਆਤਮਾ ਦੇ ਅੰਦਰ, ਜਿਹਦੇ ਹਰ ਇੱਕ ਦੇ ਅੰਦਰ ਪ੍ਰਕਾਸ਼ ਹਨ। ਜਿਹੜੇ ਦਰਖਤ ਦੇ ਵਿੱਚ ਵੀ ਅੰਦਰੋਂ ਇੱਕ ਚੀਜ਼ ਆ ਜਿਹੜੀ ਉਹਨੂੰ ਫੈਲਾ ਰਹੀ ਹੈ, ਉਹਨੂੰ ਵਧਾ ਰਹੀ ਹੈ। ਮਨੁੱਖ ਦੇ ਅੰਦਰ ਵੀ ਸਾਨੂੰ ਪਤਾ ਨਹੀਂ ਲੱਗਦਾ ਬੱਚਾ ਕਦੋਂ ਵੱਧ ਜਾਂਦਾ, ਮਨੁੱਖ ਦੇ ਅੰਦਰ ਵੀ ਇਹੀ ਜੋਤ ਆ। ਜੋਤ ਦਾ ਕਰਕੇ ਹੀ ਸਾਰਾ ਜਿਹੜਾ ਹੈ ਕੁਝ ਤੁਰਿਆ ਫਿਰਦਾ, ਸਾਰਾ ਕੁਝ ਪ੍ਰਕਾਸ਼ਮਾਨ ਆ। ਆਤਮਾ ਵਾਸੁਦੇਵਸ ਜੇ ਕੋ ਜਾਣੈ ਪਿਓ, ਵਾਸੁਦੇਵ ਹੁੰਦਾ ਪ੍ਰਮਾਤਮਾ। ਆਤਮਾ ਤੇ ਪ੍ਰਮਾਤਮਾ ਦਾ ਜੇ ਕੋਈ ਭੇਦ ਜਾਣ ਲਵੇ,
बस असल गल की है, बाहरले ਕੰਮਾਂ ਤੋਂ ਸਾਨੂੰ ਕਰਮ ਕਾਂਡਾਂ ਤੋਂ ਹਟਾ ਰਹੇ ਆ ਗੁਰੂ ਬਾਬਾ ਜੀ ਕਿ ਆਪਣੇ ਅੰਦਰ ਦਾ ਭੇਤ ਜਾਣੋ। ਆਤਮਾ ਤੇ ਪ੍ਰਮਾਤਮਾ ਦਾ ਕਿਵੇਂ ਮਿਲਾਪ ਹੋ ਸਕਦਾ, ਕਿਵੇਂ ਅਸੀਂ ਚੰਗੇ ਮਨੁੱਖ ਬਣ ਸਕਦੇ ਹਾਂ, ਕਿਵੇਂ ਧਰਮੀ ਬਣ ਸਕਦੇ ਹਾਂ, ਇਹ ਭੇਦ ਜਾਣਨ ਦੀ ਲੋੜ ਆ। ਇਹ ਹੈ ਅਸਲ ਭੇਦ ਆਪਣੇ ਆਪ ਦਾ। ਨਾਨਕ ਤਾ ਕਾ ਦਾਸ ਹੈ सोई नरंजन देओ। जिन्हें अपनी आत्मा ते परमात्मा नूं समझ लिया, जिन्हें अपने अंदर झाती मार ली, जिहड़ा अपने अंदरली दुनिया दे विच प्रवेश कर गया, वो समझ लो रब दा रूप बन गया भाई। जिहड़ा मन अंदर इशनान कर गया, सुनिया मन्निया मन कीता भाव, अंतरगत तीर्थ मल नहाओ, तो जे इशनान हो गया वो निरअंजन हो गया, वो रब की मूर्त बन गया, वो तो माया का असर खत्म हो गया। इस तरह ये ज्ञान के रूप विच, आत्मक ज्ञान दे विच साडे मन ने इशनान करना भाई। नानक ता का दास है, जिहड़े इस तरह करते अपने आप ते टिकाउंदे आ गुरबाणी, अपने आप नूं सवारदे आ, सोई नरंजन देओ, वो रब की मूर्त बन जाते हैं जी। महला पहला। ये श्लोक हुण चौथा जो है वो पहले पातशाह धन धन श्री गुरु नानक देव सच्चे पातशाह जी के मुबारक मुख विचों फरमान किया होया है। पहला श्लोक सी गुरु नानक बाबा जी का फरमान किया होया, बाद च 2 श्लोक दूजे पातशाह जी दे सी, ये चौथा श्लोक फिर गुरु नानक बाबा जी का फरमान किया होया। कुंभे बद्दा जल रहा, जल बिन कुंभ न होए, ज्ञान का बद्दा मन रहा, गुर बिन ज्ञान न होए। सारा कुछ जो कुछ कर रहा साडा मन कर रहा भाई। मन खुश आ तो गुंगे भी कहता नच्चण लग जाते हैं। जे अंदरों खुशी है ना तो गुंगिया नूं कुछ भी समझ ना आवे, बाहरों अंदरों ही आनंद आउण लग जाता, अंदरों ही नाच खेड़ा शुरू हो जाता। मन परेशान आ तो जिन्ने मर्जी बंदे मूहरे पदार्थ रख दो, कई बार आपदा परिवार भी बुरा लगन लग जाता। अगला कहता परे हो जाओ यार, मेरा मन नहीं ठीक, मैं अंदरों नहीं ठीक। गल हैगी सारी मन दी। ते मन बज्जिया किवें जा सकदा, मन नूं बन्निया किवें जा सकदा। मन है की चीज़, ना तो दिल मन आ, ये तो आपदा पंप करदा खून, ये सथूल आ, ना दिमाग आ जिहड़ा वो मन आ, क्योंकि वो सोचदा, वो सोचण शक्ति है, वो भी सथूल आ। ते मन है, मन की विचारां दा खेल आ, विचारां दा संग्रह आ। चंगे विचार बन गए चंगा मन, बुरे विचार बन गए बुरा मन। ते ये मन विचारां दा संग्रह आ जिहड़ा, ये ज्ञान दे नाल ही काबू किया जा सकदा। मन नूं काबू करन दा जिहड़ा मन दिखदा ही नहीं, जिहदे ते कंट्रोल ही हुंदा, नहीं तां डॉक्टर तो कोई मन नूं टीका टूका लवा लिया करदे भी चंगे होण दा टीका ला दो जी, ना, वो तां फुरनिਆਂ दा एक संग्रह आ। चंगा किवें हो सकदा? चंगे ज्ञान नाल ये काबू दे विच आ सकदा। हुण मन नूं काबू करन दा तरीका समझा रहे हैं। जिवें कुंभे बद्दा जल रहा है, जिवें भाई कुंभ हुंदा घड़ा, जिवें पानी या जल आ जिहड़ा वो किसी तरीके दे नाल टिक के नहीं रह सकदा। बुक भर लईए होर किसी तरीके दे नाल, एक तरीका भी घड़े दे विच पा के जल नूं रख दईए तां टिकिया रहिंदा। कुंभे बद्दा जल रहा है, पर कमाल दी गल देखो भाई, जल बिन कुंभ ना होए। ये जल तो बिना घड़ा बनदा भी नहीं। घड़े दे विच जल काबू दे विच आउंदा, घड़े दे विच जल आके रुकदा, ते पर कमाल दी गल आ जल बिना घड़ा बनदा भी नहीं, क्योंकि जदों घड़े नूं बनाया जांदा पानी दे विच मिट्टी नूं गुन्निया जांदा, इहदे विच गुन्न के ही घड़ा बनदा। ज्ञान का बद्दा मन रहा, इसे तरह उपरली उदाहरण, ज्ञान का बद्दा मन रहा, ज्ञान का बन्निया होया मन रहिंदा है, पर नाल एक शर्त भी है। जिवें उधर घड़े दे विच रखिया होया पानी टिक जाता है, पर शर्त यह है जल तो बिना घड़ा नहीं बनता। इधर ज्ञान दे विच बध्या होया मन टिक सकता है। शर्त यह आ गुर बिन ज्ञान ना होई, होए गुरु तो बिना ज्ञान नहीं हो सकता भाई। गुरु साडे बाणी गुरु, गुरु है बाणी, बिच बाणी अमृत सारे, गुरबाणी कह सेवक जन मन,
ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਦੇ ਰੂਪ ਦੇ ਵਿੱਚ ਗੁਰੂ ਆ, ਗੁਰਬਾਣੀ ਦੇ ਨਾਲ ਸਿੱਖਾਂ ਨੇ ਜੁੜਨਾ ਭਾਈ। ਸਾਡੀ ਸਾਰੀ ਸਿੱਖ ਕੌਮ ਦੇ ਵਾਸਤੇ ਦੁੱਖ ਦਾ ਤੇ ਸੁੱਖ ਦਾ ਇੱਕੋ ਹੀ ਫੰਡਾ, ਗੁਰਬਾਣੀ ਨਾਲ ਜੁੜ ਗਏ ਤਾਂ ਸੁਖੀ ਆ, ਗੁਰੂ ਤੋਂ ਟੁੱਟ ਗਏ ਤਾਂ ਦੁਖੀ ਆ। ਸਤਿਗੁਰੂ ਸਾਡੇ ਸਾਹਮਣੇ ਆ, ਪ੍ਰਤੱਖ ਆ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰਬਾਣੀ ਦੇ ਨਾਲ ਸਾਨੂੰ ਜੁੜਨਾ ਹੀ ਪੈਣਾ, ਤਾਂ ਅਸੀਂ ਸਿੱਖ ਕਹਾ ਸਕਦੇ ਹਾਂ। ਸਾਨੂੰ ਪਤਾ ਹੋਵੇ ਗੁਰਬਾਣੀ ਦੇ ਵਿੱਚ ਕੀ ਲਿਖਿਆ, ਕੀ ਸਮਝਾਇਆ, ਕੀ ਗਿਆਨ ਦਿੱਤਾ। ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਹਰੇਕ ਸਿੱਖ ਦਾ ਸਿਲੇਬਸ ਆ। ਆਪ ਗੁਰਬਾਣੀ ਪੜ੍ਹੋ, ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਭਾਈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਗਿਆਨ ਤੋਂ ਬਿਨਾਂ ਧਿਆਨ ਨਹੀਂ, ਧਿਆਨ ਤੋਂ ਬਿਨਾਂ ਟਿਕਾਊ ਨਹੀਂ, ਟਿਕਾਊ ਤੋਂ ਬਿਨਾਂ ਪਰਮਾਤਮਾ ਦੇ ਦਰ ਦੇ ਵਿੱਚ ਪਹੁੰਚ ਨਹੀਂ ਸਕਦਾ ਮਨੁੱਖ। ਸਾਰੀ ਸ਼ੁਰੂਆਤ ਗੁਰੂ ਤੋਂ ਹੋਣੀ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਇਹਨਾਂ ਦੇ ਨਾਲ ਜੁੜੋ ਭਾਈ। ਪੌੜੀ ਪੜਿਆ ਹੋਵੇ ਗੁਨਾਹਗਾਰ, ਤਾਂ ਓਮੀ ਸਾਧ ਨ ਮਾਰੀਐ। ਪੜਿਆ ਹੋਵੇ ਗੁਨਾਹਗਾਰ। ਇੱਕ ਹੁਣ ਪੜਿਆ ਲਿਖਿਆ ਬੰਦਾ ਚੁਸਤ ਚਲਾਕ, ਦੂਜੇ ਪਾਸੇ ਸਿੱਧਾ ਸਾਦਾ ਬੰਦਾ ਨਾਮ ਜਪਣ ਵਾਲਾ, ਇੱਕ ਚੁਸਤੀਆਂ ਚਲਾਕੀਆਂ ਵਾਲਾ। ਹੁਣ ਜਿਹੜਾ ਚੁਸਤੀਆਂ ਚਲਾਕੀਆਂ ਵਾਲਾ ਜਾਂ ਤੇਜ਼ ਆ ਬੰਦਾ, ਜਾਂ ਕੋਈ ਦੁਨੀਆ ਦੀ ਪੋਸਟ ਆ, ਜਾਂ ਕਿਤੇ ਗੋਲਕ ਗਾਲਕ ਤੇ ਕਬਜ਼ਾ, ਕਿਸੇ ਤਰ੍ਹਾਂ ਦਾ ਜਿਹੜਾ ਉੱਪਰ ਹੋਵੇ ਜਿੱਥੋਂ ਲੋਕ ਡਰਦੇ ਹੋਣ, ਉਹ ਤੋਂ ਗੁਨਾਹ ਵੀ ਹੋ ਜੇ, ਮਹਾਰਾਜ ਕਹਿੰਦੇ ਉਹਨੂੰ ਗੁਨਾਹਗਾਰ ਨਹੀਂ ਕਹਿੰਦੇ, ਹੋਰ ਤੇ ਚੜ ਜਾਂਦੇ ਆ। ਕਸੂਰ ਕਿਸੇ ਦਾ ਆਪਾਂ ਆਮ ਦੇਖਦੇ ਆ। ਕਲਯੁਗ ਦਾ ਵਰਤਾਰਾ ਇਹ ਆ, ਜੇ ਕਿਸੇ ਤਕੜੇ ਦਾ ਕਸੂਰ ਹੋਵੇ ਉਧਰ ਨੂੰ ਕੋਈ ਝਾਕਦਾ ਨਹੀਂ, ਮਾੜੇ ਤੋਂ ਮਾੜੀ ਜੀ ਗਲਤੀ ਹੋ ਜਾਵੇ, ਦੇ ਤੇਰੇ ਦੀ ਛਿੱਤਰ ਮਾਨ ਤੱਕ, ਜਿਹਨੇ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਉਹ ਵੀ ਮਾੜੇ ਤੇ ਚੜਦਾ। ਆਹ ਵਰਤਾਰਾ ਸਾਡਾ। ਮਹਾਰਾਜ ਸਮਝਾ ਰਹੇ ਹਨ, ਪੜਿਆ ਹੋਵੇ ਗੁਨਾਹਗਾਰ। ਜੇ ਕਿਤੇ ਕੋਈ ਪੜ੍ਹਨ ਲਿਖਣ ਵਾਲਾ, ਜਾਂ ਜਿਹਨੂੰ ਸਿਆਣਾ ਕਹਿੰਦੇ ਆ ਜਾਂ ਤਕੜਾ ਕਹਿੰਦੇ ਆ, 4 ਪੈਸੇ ਕਮਾਏ ਆ, ਮੰਨ ਲਓ ਉਹ ਗੁਨਾਹਗਾਰ ਹੋ ਜਾਵੇ, ਤਾਂ ਓਮੀ ਸਾਧ ਨਾ ਮਾਰੀ ਐ। ਕੋਈ ਫੱਕਰ ਬੰਦਾ ਨਾ ਉਹਦੀ ਥਾਂ ਤੇ ਰਗੜ ਦਿਓ ਭਾਈ। ਜ਼ਿਆਦਾਤਰ ਹੁੰਦੀ ਆਈ ਆ, ਕਰਦਾ ਕੋਈ ਆ ਤੇ ਭਰਦਾ ਕੋਈ ਹੈ, ਪਰ ਦਰਗਾਹ ਦੇ ਵਿੱਚ ਨਹੀਂ ਇਹ ਚੱਲਦਾ। ਇੱਥੇ ਚੁਸਤ ਚਲਾਕੀਆਂ, ਇੱਥੇ ਤਾਂ ਐਂ ਵੀ ਹੈ, ਤਕੜਾ ਬੰਦਾ ਪੈਸੇ ਦੇ ਕੇ ਮਾੜੇ ਤੇ ਕੇਸ ਪਵਾ ਦਿੰਦਾ ਵੀ ਤੇਰੀ ਮੈਂ ਮਦਦ ਘਰੇ ਬੈਠਾ ਕਰੀ ਜਾਊਂ। ਉਹਨੂੰ ਵਿਚਾਰੇ ਨੂੰ 4 ਪੈਸਿਆਂ ਦੀ ਲੋੜ ਹੁੰਦੀ ਹੈ, ਉਹ ਆਪਣਾ ਜੀਵਨ ਜੇਲ੍ਹਾਂ 'ਚ ਕੱਟ ਦਿੰਦੇ ਆ। ਇਸ ਤਰ੍ਹਾਂ ਤਕੜੇ ਵੱਧ ਜਾਂਦੇ ਆ ਭਾਈ, ਮਾੜੇ ਆ ਜਿਹੜੇ ਉਹ ਰਗੜੇ ਜਾਂਦੇ ਆ। ਮਹਾਰਾਜ ਸਮਝਾ ਰਹੇ ਹਨ, ਪਰ ਰੱਬ ਦੀ ਕਚਹਿਰੀ ਵਿੱਚ ਇਹ ਨਹੀਂ ਹੁੰਦਾ ਭਾਈ। ਉੱਥੇ ਇਨਸਾਫ ਆ, ਚਾਹੇ ਤੂੰ ਗਰੀਬ ਆ, ਸ਼ੂਦਰ ਆ, ਕੁਛ ਵੀ ਆ। ਹੁਣ ਜਿਹੜੇ ਵੱਡੇ ਸਰਦਾਰ ਆ ਉਹ ਸ਼ੂਦਰਾਂ ਨੂੰ ਬੰਦੇ ਥੋੜ੍ਹੀ ਸਮਝਦੇ ਆ, ਮਾੜਿਆਂ ਨੂੰ ਬੰਦੇ ਥੋੜ੍ਹੀ ਸਮਝਦੇ ਆ। ਇਹ ਜਿਹੜਾ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਉੱਥੇ ਇਨਸਾਫ ਹੁੰਦਾ ਭਾਈ। ਪਰ ਧਿਆਨ ਰੱਖਿਓ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰ ਗਿਆ। ਜਿਹਦਾ ਕਸੂਰ ਹੋਵੇ ਉਹਦਾ ਕਸੂਰ ਕਹਿਣਾ ਚਾਹੀਦਾ, ਭਾਵੇਂ ਉਹ ਤਕੜਾ ਹੋਵੇ, ਭਾਵੇਂ ਮੁਖੀ ਹੋਵੇ, ਭਾਵੇਂ ਕੋਈ ਹੋਵੇ, ਤੇ ਐਵੇਂ ਉਹਦੀ ਥਾਂ ਤੇ ਕੋਈ ਗਰੀਬ ਨਾ ਰਗੜ ਦਿਓ ਭਾਈ, ਰਗੜਿਆ ਜਾਵੇ। ਓਮੀ ਸਾਧ ਨਾ ਮਾਰੀਐ। ਜੇਹਾ ਕਾਲੇ ਘਾਲਣਾ ਤਵੇ ਹੋ ਨਾਉ ਪਚਾਰੀਐ। ਜਿਹੋ ਜਿਹਾ ਮਨੁੱਖ ਕੰਮ ਕਰਦਾ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਖੱਤਰੀ ਹੋਵੇ, ਭਾਵੇਂ ਵੈਸ਼ ਹੋਵੇ, ਭਾਵੇਂ ਸੂਦਰ ਹੋਵੇ, ਜੇਹਾ ਘਾਲੇ ਘਾਲਣਾ, ਜਿਹੋ ਜੀ ਘਾਲਣਾ ਕਰਦਾ ਹੈ, ਜਿਹੋ ਜੀ ਕਮਾਈ ਕਰਦਾ ਹੈ, ਜਿਹੋ ਜਿਹੇ ਕੰਮ ਕਰਦਾ ਹੈ, ਤਵੇ ਹੋ ਨਾਉ ਪਚਾਰ ਗਿਆ, ਉਹੋ ਜਿਹਾ ਉਹਦਾ ਨਾਉ ਪੈ ਜਾਂਦਾ ਹੈ। ਐਸੀ ਕਲਾ ਨਾ ਖੇਡੀ ਐ, ਜਿਤ ਦਰਗਹਿ ਗਏ ਹਾਰੀ ਐ। ਐਸੀ ਕਲਾ ਹੁੰਦੀ ਹੈ ਸ਼ਕਤੀ, ਚੁਸਤੀ, ਚਲਾਕੀ। ਐਸੀ ਕਲਾ ਨਾ ਖੇਡੀਏ, ਐਸਾ ਕੰਮ ਨਾ ਕਰੀਏ ਭਾਈ ਕਸੂਰ ਕਿਸੇ ਦਾ ਹੋਵੇ ਤੇ ਸਜ਼ਾ ਕਿਸੇ ਨੂੰ ਦੇ ਦੇਵੋ। ਇਹ ਵੀ ਤੁਹਾਡੇ ਤੇ ਇੱਕ ਜਿਹੜਾ ਨਜਾਇਜ਼ ਕੀਤਾ ਹੋਇਆ ਨਾ, ਇਹ ਵੀ ਭੁਗਤਣਾ ਪਵੇਗਾ। ਜੇ ਅਸੀਂ ਇਸ ਤਰ੍ਹਾਂ ਦਾ ਇਨਸਾਫ ਕਰਾਂਗੇ ਨਾ, ਮਾੜੇ ਨੂੰ ਜਿਹੜਾ ਹੈ ਜ਼ਿਆਦੇ ਵੱਧ ਜਾਵਾਂਗੇ ਤੇ ਤਕੜੇ ਨੂੰ ਨਾ ਨਹੀਂ, ਫਿਰ ਕੀ ਹੋਊਗਾ? ਸਾਡਾ ਪਾਪ ਕਰਮ ਬਣ ਜੂ। ਇੱਕ ਅਸੀਂ ਬੁਰਾ ਕਰ ਦਿੱਤਾ ਸੀ, ਸਹੀ ਇਨਸਾਫ ਨਹੀਂ ਕੀਤਾ। ਜਿੱਤ ਦਰਗਾਹ ਗਿਆ ਹਾਰ ਗਿਆ, ਫਿਰ ਦਰਗਾਹ ਦੇ ਵਿੱਚ ਪੁੱਛਿਆ ਜਾਣਾ ਭਾਈ। ਹਰ ਗੱਲ ਆ ਜਿਹੜੀ ਦਰਗਾਹ ਦੇ ਵਿੱਚ ਸਾਡੀ ਨੋਟ ਹੋ ਰਹੀ ਹੈ ਕਿ ਬੰਦਾ ਕੀ ਕਰਦਾ ਕੀ ਨਹੀਂ ਕਰਦਾ। ਮਹਾਰਾਜ ਰਹਿੰਦੇ ਸਮੇਂ ਦੇ ਵਿੱਚ ਸਮਝਾ ਰਹੇ ਹਨ, ਪਿੱਛੋਂ ਜਦੋਂ ਕੈਂਸਰ ਹੋ ਗਿਆ ਨਾ, ਫਿਰ ਕੋਈ ਫਾਇਦਾ ਨਹੀਂ ਦਵਾਈਆਂ ਲੈਣ ਦਾ, ਕੀ ਕੁਝ ਕਰਨ ਦਾ। ਪਹਿਲਾਂ ਹੀ ਜਿਹੜੇ ਕੈਂਸਰ ਹੋਣ ਦੇ ਚਾਂਸ ਆ, ਉਹ ਚੀਜ਼ਾਂ ਤੋਂ ਬਚਾਓ ਕਰੋ, ਰਹਿੰਦੇ ਸਮੇਂ ਦੇ ਵਿੱਚ ਬਚਾਓ ਕਰੋ ਕਿ ਕੈਂਸਰ ਹੋਵੇ ਹੀ ਨਾ। ਇਸ ਤਰ੍ਹਾਂ ਭਾਈ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੇ ਕਚਹਿਰੀ ਵਿੱਚ ਪਾਸ ਹੋਣਾ, ਜੇ ਪੰਜ ਪ੍ਰਮਾਣ ਬਣਨਾ, ਤਾਂ ਐਸੀ ਕਲਾ ਨਾ ਖੇਡੀਏ।
ਜਿਤ ਦਰਗਾਹ ਗਿਆ ਹਾਰ ਗਿਆ, ਕਿ ਦਰਗਾਹ ਦੇ ਵਿੱਚ ਤੈਨੂੰ ਹਾਰ ਮਿਲੇ, ਦਰਗਾਹ ਦੇ ਵਿੱਚ ਤੂੰ ਹਾਰ ਜਾਵੇਂ। ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ। ਪੜ੍ਹਿਆ ਅਤੇ ਉਮੀਆਂ, ਪੜ੍ਹਿਆ ਹੋਵੇ, ਅਨਪੜ੍ਹ ਹੋਵੇ, ਬ੍ਰਾਹਮਣ ਹੋਵੇ, ਖੱਤਰੀ ਹੋਵੇ, ਜਾਂ ਬ੍ਰਾਹਮਣ ਹੋਵੇ ਜਾਂ ਸ਼ੂਦਰ ਹੋਵੇ, ਐਂ ਕਹਿ ਲਈਏ ਉੱਪਰੋਂ ਥੱਲੇ, ਪੜ੍ਹਿਆ ਹੋਵੇ ਜਾਂ ਅਨਪੜ੍ਹ ਹੋਵੇ, ਜਾਂ ਬ੍ਰਾਹਮਣ ਹੋਵੇ ਜਾਂ ਜਿਹੜਾ ਹੈ ਸ਼ੂਦਰ ਹੋਵੇ, ਕਿਉਂਕਿ ਸ਼ੂਦਰਾਂ ਨੂੰ ਤਾਂ ਵਿਚਾਰਿਆਂ ਨੂੰ ਪੜ੍ਹਨ ਨੂੰ ਦਿੱਤਾ ਹੀ ਨਹੀਂ ਜਾਂਦਾ ਸੀ। ਇਹਨਾਂ ਦੇ ਕੱਚੇ ਆਪਣੇ ਸਿੱਕੇ ਢਾਲ ਕੇ ਕੰਨਾਂ ਦੇ ਵਿੱਚ ਪਾ ਦਿੱਤੇ ਜਾਂਦੇ ਸੀ ਵੀ ਚੰਗੇ ਗਿਆਨ ਦਾ ਗੱਲ ਇਹ ਸੁਣ ਨਾ ਲੈਣ। ਪਰ ਬੜੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ, ਹਲੇ ਵੀ ਅਸੀਂ ਉਧਰ ਨੂੰ ਹੀ ਜਾਂਦੇ ਹਾਂ, ਮਨੂਵਾਦੀ ਵੱਲ ਨੂੰ ਹੀ ਸਾਡਾ ਜ਼ਿਆਦਾ ਝੁਕਾਅ, ਗੁਰੂ ਵੱਲ ਨੂੰ ਤੇ ਗੁਰੂ ਦੀ ਬਾਣੀ ਵੱਲ ਨੂੰ। ਮੈਨੂੰ ਨਹੀਂ ਪਤਾ ਸਾਡੇ ਮੁਖੀਆਂ ਤੋਂ ਗਲਤੀ ਹੋਈ ਆ, ਅਸੀਂ ਗੁਰਬਾਣੀ ਦਾ ਪ੍ਰਚਾਰ ਨਹੀਂ ਕਰ ਸਕੇ, ਪਰ ਜ਼ਿਆਦਾਤਰ ਲੋਕ ਉਧਰ ਨੂੰ ਹੀ ਫੇਰ ਜਾਂਦੇ ਆ ਜਿਨ੍ਹਾਂ ਦੇ ਪਰੇਸ਼ਾਨ ਕੀਤੇ ਹੋਏ ਸੀ। ਗੁਰੂਆਂ ਨੇ ਆਪਣਾ ਆਪ ਵਾਰ ਦਿੱਤਾ, ਸਾਰਿਆਂ ਨੂੰ ਬਰਾਬਰ ਕਰ ਦਿੱਤਾ। ਇਸ ਕਰਕੇ ਅਸੀਂ ਤਾਂ ਸਾਰੇ ਸਿੱਖ ਹੋਣੇ ਚਾਹੀਦੇ ਸੀ ਕਿਹਦੇ? ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਹੜੇ ਸਾਨੂੰ ਇੰਨਾ ਮਾਣ ਸਤਿਕਾਰ ਦੇ ਰਹੇ ਹਨ। ਬੀਬੀਆਂ ਨੂੰ, ਭੈਣਾਂ ਦੀ ਹਾਲਤ, ਬੀਬੀਆਂ ਭੈਣਾਂ ਦੀ ਬਹੁਤ ਬੁਰੀ ਸੀ। ਮਹਾਰਾਜ ਗੁਰੂ ਨਾਨਕ ਬਾਬਾ ਜੀ ਨੇ ਕਿਹਾ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸੋ ਬੀਬੀਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਹੋਣਾ ਹੀ ਨਹੀਂ ਚਾਹੀਦਾ, ਸਾਨੂੰ ਸਿੱਖਾਂ ਨੂੰ ਵੀ। ਪਰ ਪਤਾ ਨਹੀਂ ਕੈਸੀ ਕਲਾ ਵਰਤੀ ਆ, ਜਿਹੜਾ ਹੁਣ ਗੁਰਬਾਣੀ ਦੀ ਗੱਲ ਕਰਦਾ ਉਹ ਘੱਟ ਰਹਿ ਗਏ, ਜਿਹੜੇ ਉਰਲੀਆਂ ਪਰਲੀਆਂ ਕਹਾਣੀਆਂ ਸੁਣਾਉਂਦੇ ਆ ਉਹ ਜ਼ਿਆਦਾ ਹੋ ਗਏ। ਉਹ ਇੰਟਰਸਟਿੰਗ ਹੁੰਦੀਆਂ, ਜਿਵੇਂ ਕਹਿ ਲਓ, ਜਿਵੇਂ ਬੱਚੇ ਦੇਖਦੇ ਹੁੰਦੇ ਆ, ਬੱਚੇ ਆਹ ਦੇਖਦੇ ਆ ਕਾਰਟੂਨ ਵਗੈਰਾ, ਇੰਟਰਸਟ ਹੁੰਦੇ ਆ ਇਹਨਾਂ ਦਾ, ਬੱਚਿਆਂ ਦਾ ਇੰਟਰਸਟ ਹੁੰਦਾ। ਜਦੋਂ ਬੰਦਾ ਸਿਆਣਾ ਹੋ ਜਾਏ ਉਦੋਂ ਕਾਰਟੂਨ ਦੇਖਣੋਂ ਹਟ ਜਾਣਾ ਚਾਹੀਦਾ, ਉਦੋਂ ਚੰਗੋ ਗਿਆਨ ਦੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਪਰ ਅਸੀਂ ਮਨ ਰੂਪੀ ਬੱਚੇ ਹੀ ਆ, ਤਾਂ ਹੀ ਇਹ ਜਿਹੜੀਆਂ ਕਹਾਣੀਆਂ ਕਹੂਣੀਆਂ ਝੂਠ ਤੂਫਾਨ ਜਾਏ ਸੁਣੀ ਜਾਂਦੇ ਆ। ਸਾਡੇ ਮਨ ਦੇ ਵਿੱਚ ਆਉਂਦਾ ਹੀ ਨਹੀਂ ਵੀ ਹੁਣ ਅਸੀਂ ਵੱਡੇ ਹੋ ਗਏ ਭਾਈ, ਇਹ ਤਾਂ ਨਿਆਣਿਆਂ ਵਾਲੀਆਂ ਗੱਲਾਂ। ਸਾਨੂੰ ਜੇ ਸਮਝਾਉਣੀ ਆ ਤਾਂ ਸਾਨੂੰ ਚੱਜ ਦੀ ਗੱਲ ਸਮਝਾ, ਸਾਨੂੰ ਗੁਰਬਾਣੀ ਬਾਰੇ ਦੱਸ। ਇਹ ਕਹੀਏ ਅਸੀਂ, ਪੜ੍ਹਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ। ਪੜ੍ਹਿਆ ਤੇ ਉਮੀਆਂ, ਪੜ੍ਹਿਆ ਤੇ ਅਨਪੜ੍ਹ, ਇਹ ਬਰਾਬਰ ਹੀ ਆ। ਦਰਗਾਹ ਦੇ ਵਿੱਚ ਅੱਗੇ ਵਿਚਾਰ ਹੋਣੀ ਹੈ ਇਹਨਾਂ ਦੇ ਸਾਰਿਆਂ ਦੇ ਕੰਮਾਂ ਦੀ। ਚਾਹੇ ਆਪਣੇ ਆਪ ਨੂੰ ਵੱਡਾ ਬਣ ਕੇ ਬਹਿ ਜਾਵੇ ਇੱਥੇ ਦੁਨੀਆ ਦੇ ਵਿੱਚ, ਕੋਈ ਸੰਤ ਬਾਬਾ ਬਣ ਕੇ ਬਹਿ ਜਾਵੇ, ਕੋਈ ਆਮ ਕਿਸੇ ਨੂੰ ਕਹੀ ਜਾਵੇ, ਪਰ ਉਹ ਦਰਗਾਹ ਦੇ ਵਿੱਚ, ਕਚਹਿਰੀ ਦੇ ਵਿੱਚ ਇੱਕੋ ਹੀ ਆ। ਕਿਉਂਕਿ ਨਾ ਉੱਥੇ ਕੋਈ ਰੰਗ ਰੂਪ ਜਾਣਾ, ਨਾ ਉੱਥੇ ਕੋਈ ਉੱਤੋਂ ਬਾਹਰਲਾ ਕੱਪੜਾ ਜਾਣਾ, ਨਾ ਕੋਈ ਭੇਖ ਜਾਣਾ, ਤੇ ਨੰਗਾ ਆਇਆ ਬੰਦਾ ਤੇ ਨੰਗੇ ਨੇ ਜਾਣਾ। ਸੱਚ ਦੀ ਵਿਚਾਰ ਹੋਣੀ ਆ ਉੱਥੇ। ਉੱਥੇ ਕੋਈ ਮਤਲਬ ਨਹੀਂ ਵੀ ਆਹ ਚੰਗਾ, ਇਹ ਪੈਸੇ ਵਾਲਾ, ਇਹਨੂੰ ਛੱਡ ਦਈਏ, ਆਹ ਗਰੀਬ ਆ ਇਹ 'ਤੇ ਚੜ੍ਹ ਜਾਈਏ, ਆਹ ਪੜ੍ਹਿਆ ਲਿਖਿਆ ਪੋਸਟਾਂ ਵਾਲਾ ਇਹਨੂੰ ਛੱਡ ਦਈਏ, ਤੇ ਉਮੀ 'ਤੇ ਚੜ੍ਹ ਜਾਈਏ, ਗਰੀਬ 'ਤੇ ਚੜ੍ਹ ਜਾਈਏ। ਇੱਥੇ ਹੀ ਸਾਰਾ ਕੁਝ ਦੁਨੀਆ 'ਚ ਹੋ ਰਿਹਾ। ਪਰ ਇੱਕ ਦਰਗਾਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਹੈ, ਜਿੱਥੇ ਸੱਚ ਦਾ ਨਿਆਂ ਹੋਣਾ, ਉੱਥੇ ਭਾਈ ਸਾਰੇ ਹੀ ਮਾਰੇ ਜਾਂਦੇ ਆ। ਭਾਵੇਂ ਕੋਈ ਆਪਣੇ ਆਪ ਨੂੰ ਕਿੱਡਾ ਵੀ ਕਹਾਈ ਜਾਵੇ, ਜੇ ਕੋਈ ਬੁਰਾ ਕੰਮ ਕਰੂਗਾ ਉਹਦੀ ਕਚਹਿਰੀ ਵਿੱਚ ਬੁਰਾ, ਜੇ ਕੋਈ ਚੰਗਾ ਕੰਮ ਕਰੂਗਾ ਭਾਵੇਂ ਸ਼ੂਦਰ ਹੀ ਹੋਵੇ ਉਹਦੀ ਕਚਹਿਰੀ ਵਿੱਚ ਚੰਗਾ। ਮੋਹ ਚੱਲੈ ਸੋ ਅੱਗੇ ਮਾਰੀਐ। ਮੋਹ ਚੱਲੈ, ਜਿਹੜਾ ਵੀ ਇਹਨਾਂ ਚੋਂ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਬੀਬੀ ਹੋਵੇ, ਭੈਣ ਹੋਵੇ, ਕੋਈ ਵੀ ਹੋਵੇ, ਮੋਹ ਚੱਲੈ ਸੋ ਅੱਗੇ ਮਾਰੀਐ। ਜਿਹੜਾ ਮਨਮੁਖ ਬਣ ਕੇ ਚੱਲਦਾ, ਆਪਣੀ ਗੱਲ ਅੱਗੇ ਰੱਖ ਕੇ ਚੱਲਦਾ, ਉਹ ਅੱਗੇ ਮਾਰਿਆ ਜਾਂਦਾ। ਜਿਹੜਾ ਗੁਰਮੁਖ ਬਣ ਕੇ ਚੱਲਦਾ ਉਹ ਅੱਗੇ ਸਫਲ ਹੋ ਜਾਂਦਾ। ਸਾਰਾ ਨਿਚੋੜ ਕੀ ਨਿਕਲਿਆ ਆ ਵੀ ਜੇ ਤਾਂ ਗੁਰੂ ਦੇ ਲੜ ਲੱਗ ਜਾਾਂਗੇ ਤਾਂ ਅਸੀਂ ਗੁਰਮੁਖ ਬਣ ਜਾਵਾਂਗੇ, ਗੁਰਮੁਖ ਬਣ ਕੇ ਪ੍ਰਮਾਤਮਾ ਦੇ ਨੇੜੇ ਹੋ ਜਾਵਾਂਗੇ। ਨਹੀਂ ਤਾਂ ਅਸੀਂ ਹਉਮੈ ਦੇ ਵਿੱਚ ਘਿਰ ਜਾਵਾਂਗੇ। ਤਿੰਨਾਂ ਗੁਣਾਂ ਦੇ ਵਿੱਚ ਹੀ ਜਿਉਂ ਕਿ ਜ਼ਿੰਦਗੀ ਆਪਣੇ ਮੂੰਹ ਦੀਆਂ ਕਰਕੇ, ਜਿਹੜੀ ਮੂੰਹ ਚਾਈ ਜਾਂ ਮਨ ਚਾਈ ਮੂੰਹ ਚੱਲੈ, ਜਿਹੜੀ ਮੈਂ ਮੂੰਹੋਂ ਕਹਿ ਦਿੱਤੀ ਮੇਰੀ ਪੂਰੀ ਹੋਵੇ, ਚਾਹੇ ਗਲਤ ਹੋਵੇ ਚਾਹੇ ਠੀਕ ਹੋਵੇ, ਭਾਵੇਂ 50 ਬੰਦੇ ਕਹੀ ਜਾਣ ਯਾਰ ਤੇਰੀ ਇਹ ਗਲਤੀ ਹੈ, ਨਹੀਂ ਮੰਨਣੀ, ਮੂੰਹ ਚੱਲੈ। ਫਿਰ ਐਸੇ ਬੰਦੇ ਅੱਗੇ ਮਾਰੇ ਜਾਂਦੇ ਹਨ। ਇਸ ਕਰਕੇ ਮਨਮੁਖ ਬਣ ਕੇ ਜ਼ਿੰਦਗੀ ਬਤੀਤ ਕਰਕੇ ਜਾਵਾਂਗੇ ਤਾਂ ਮਾਰੇ ਜਾਵਾਂਗੇ, ਗੁਰਮੁਖ ਬਣ ਕੇ ਜ਼ਿੰਦਗੀ ਬਤੀਤ ਕਰਕੇ ਜਾਵਾਂਗੇ ਤਾਂ ਪੰਜ ਪ੍ਰਵਾਨ, ਪੰਜ ਪ੍ਰਦਾਨ, ਪੰਚੇ ਪਾਵਹਿ ਦਰਗਾਹ ਮਾਣ, ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੋਵੇਗਾ ਭਾਈ। ਇਸ ਕਰਕੇ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।